ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੈਂ ਜੱਗੀ ਢਿੱਲੋਂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ। ਮੇਰੇ ਨਾਲ ਅੱਜ ਫੇਰ ਸਟੂਡੀਓ ਦੇ ਵਿੱਚ ਸ਼ਾਮਿਲ ਨੇ ਜੀ ਸਤਨਾਮ ਪੰਨੂ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਵੈਲਕਮ ਜੀ। ਤੁਸੀਂ ਸ਼ਾਰਟ ਨੋਟਿਸ ਤੇ ਆਏ, ਐਡੀ ਵੱਡੀ ਨਿਊਜ਼ ਅੱਜ ਫੇਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜੀ ਫੈਡਰਲ ਸਰਕਾਰ ਨੇ ਅਨਾਊਂਸ ਕੀਤੀ ਹੈ, ਤੇ ਸਾਡੇ ਵਿਊਅਰਸ ਨੂੰ ਦੱਸੋ ਜੀ ਕਿ ਕੀ ਅਨਾਊਂਸਮੈਂਟ ਹੈ ਤੇ ਇਹ ਕਿਸ ਤਰ੍ਹਾਂ ਬੈਨੀਫੀਸ਼ੀਅਲ ਹੈ ਜੀ ਆਪਣੇ ਜਿਹੜੇ ਐਸਪੀਰੈਂਟ ਨੇ ਜੀ, ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆਪਣਾ ਜਿਹੜਾ ਸਟੇਟਸ ਆ ਉਹ ਜਾਂ PR ਦੀ ਜਿਹੜੀ ਉਹਨਾਂ ਦੀ ਇੱਛਾ ਹੈ ਉਹ ਕਿੱਦਾਂ ਜਿਹੜੀ ਆ ਪੂਰਤੀ ਕਰਦਾ ਜੀ। ਹਾਂਜੀ ਢਿੱਲੋਂ ਸਾਹਿਬ, ਜਿਹੜਾ ਅੱਜ ਦੀ ਅਨਾਊਂਸਮੈਂਟ ਆ, ਅੱਜ 14 ਅਪ੍ਰੈਲ 2021 ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦੁਆਰਾ ਇੱਕ ਬਹੁਤ ਹੀ ਵੱਡੀ ਅਨਾਊਂਸਮੈਂਟ ਕੀਤੀ ਗਈ ਆ, ਜਿਹਦੇ ਵਿੱਚ 90,000 ਐਪਲੀਕੇਸ਼ਨ PR ਵਾਸਤੇ ਲਈਆਂ ਜਾਣਗੀਆਂ। ਠੀਕ ਹੈ ਜੀ। ਸੋ ਭਾਵ ਕਿ ਇਨ ਕੈਨੇਡਾ ਕੁਝ ਕੈਟੇਗਰੀਜ਼ ਨੇ ਜਿਨ੍ਹਾਂ ਵਿੱਚੋਂ 90,000 ਐਪਲੀਕੈਂਟਸ ਆਪਣੀਆਂ ਐਪਲੀਕੇਸ਼ਨ ਸਬਮਿਟ ਕਰਕੇ PR ਦਾ ਪ੍ਰੋਸੈਸ ਪ੍ਰਾਪਤ ਕਰ ਸਕਦੇ ਨੇ। ਤੇ ਇਹ ਜਿਹੜੇ 90,000 ਦੀ ਤੁਸੀਂ ਐਪਲੀਕੇਸ਼ਨਸ ਦੀ ਜ਼ਿਕਰ ਕੀਤਾ ਆ, ਤੇ ਇਹ ਹਰ ਇੱਕ ਤੇ ਅਪਲਾਈ ਹੁੰਦਾ ਹੈ ਕਿ ਕੋਈ ਸਿਲੈਕਟ ਕੈਟਾਗਰੀ ਹੈ ਜੀ? ਨਹੀਂ, ਇਹਦੇ ਵਿੱਚ ਉਹਨਾਂ ਨੇ ਇੱਕ ਬੜਾ ਬਰੋਡਰ ਕ੍ਰਾਈਟੇਰੀਆ ਰੱਖਿਆ, ਕੈਟੇਗਰੀਜ਼ ਬਣਾਈਆਂ ਨੇ, ਬਟ ਸਟਿਲ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਜੇ ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਦੋ ਕੈਟੇਗਰੀਜ਼ ਨੇ, ਫੋਰਨ ਵਰਕਰਸ ਤੇ ਇੰਟਰਨੈਸ਼ਨਲ ਸਟੂਡੈਂਟਸ। ਸੋ ਇਹਨਾਂ ਦੇ ਵਿੱਚੋਂ ਇਹ 90,000 ਐਪਲੀਕੇਸ਼ਨਸ ਲਈਆਂ ਜਾਣੀਆਂ ਨੇ। ਠੀਕ ਹੈ ਜੀ। ਸੋ ਜਿਹੜਾ ਤੁਸੀਂ ਕਿਹਾ ਕਿ ਜਿਹੜੇ ਫੋਰਨ ਵਰਕਰਸ ਨੇ, ਜਾਂ ਸਰਲ ਭਾਸ਼ਾ 'ਚ ਆਪਾਂ ਉਹਨਾਂ ਨੂੰ ਵਰਕ ਪਰਮਿਟ ਤੇ ਕਹਿ ਸਕਦੇ ਹਾਂ, ਹਾਂਜੀ, ਕਿ ਜਿਹੜੇ ਉਹ ਕਿਸੇ ਨਾ ਕਿਸੇ ਸਕਿੱਲ ਕੈਟਾਗਰੀ ਦੇ ਵਿੱਚ ਇੱਥੇ ਆਏ ਨੇ, ਚਾਹੇ ਉਹ ਜਿਹੜੀ ਟਰਾਂਸਪੋਰਟੇਸ਼ਨ ਇੰਡਸਟਰੀ ਆ ਉਹਦੇ ਨਾਲ ਸੰਬੰਧਿਤ ਹੋਵੇ, ਜਾਂ ਐਗਰੀਕਲਚਰ 'ਚ ਕਿਤੇ ਉਹ ਜੌਬ ਕਰ ਰਹੇ ਨੇ, ਜਾਂ ਹੈਲਥ ਸੈਕਟਰ ਨਾਲ ਉਹਨਾਂ ਦਾ ਵਾਸਤਾ ਹੈਗਾ। ਸੋ ਇਹ ਜਿਹੜੀ ਇਹਨਾਂ ਨੇ ਆਫਰ ਕੀਤੀ ਆ ਜੀ 90,000 ਐਪਲੀਕੇਸ਼ਨ ਦੀ, ਇਹ ਓਪਨ ਆ ਜਾਂ ਇਹਦੇ 'ਚ ਵੀ ਫਰਦਰ ਕਲਾਸੀਫਿਕੇਸ਼ਨਸ ਨੇ ਜੀ? ਨਹੀਂ, ਇਹਦੇ ਵਿੱਚ ਫਰਦਰ ਕਲਾਸੀਫਿਕੇਸ਼ਨਸ ਹੈਗੀਆਂ ਨੇ। ਮੈਂ ਥੋੜਾ ਜਿਹਾ ਇਹਦੀ ਬੈਕਗਰਾਊਂਡ ਦੱਸਦਾ ਢਿੱਲੋਂ ਸਾਹਿਬ, ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦੁਆਰਾ ਜਾਂ ਗਵਰਨਮੈਂਟ ਦੁਆਰਾ ਹਰੇਕ ਸਾਲ ਦਾ ਕੋਟਾ ਫਿਕਸ ਕੀਤਾ ਜਾਂਦਾ। ਇਹਨਾਂ ਨੇ ਇੱਕ ਟਾਰਗੇਟ ਰੱਖਿਆ ਹੁੰਦਾ ਕਿ ਟੋਟਲ ਇਮੀਗ੍ਰੇਸ਼ਨ ਕਿੰਨੀ ਇਮੀਗ੍ਰੇਸ਼ਨ ਕਰਨੀ ਆ ਜਾਂ ਕਿੰਨੇ ਇਮੀਗ੍ਰੈਂਟਸ ਲੈ ਕੇ ਆਉਣੇ ਨੇ। 2021 ਦਾ 4,01,000 ਦਾ ਕੋਟਾ ਸੀਗਾ। ਸੋ ਆਪਾਂ ਸਾਰੇ ਜਾਣਦੇ ਹਾਂ ਕਿ ਕੋਵਿਡ ਰਿਸਟ੍ਰਿਕਸ਼ਨਸ ਨੇ, ਬਹੁਤ ਸਾਰਿਆਂ ਦੇ ਇੰਟਰਨੈਸ਼ਨਲ ਟਰੈਵਲਿੰਗ ਦੇ ਚੈਲੰਜਸ ਨੇ, ਇੰਟਰਨੈਸ਼ਨਲ ਮੋਬਿਲਿਟੀ ਟਰੈਵਲਿੰਗ ਘਟੀ ਆ। ਸੋ ਉਹ ਕੋਟਾ ਵੀ ਨਹੀਂ ਸੀ ਪੂਰਾ ਹੋ ਰਿਹਾ। ਪਲੱਸ ਜਿਹੜੇ ਲੋਕਲ ਕੋਵਿਡ ਦੇ ਚੈਲੰਜ ਦੇ ਬਾਵਜੂਦ ਵੀ ਕੈਨੇਡੀਅਨ ਇਕੋਨਮੀ ਨੂੰ ਕੰਟਰੀਬਿਊਟ ਕਰ ਰਹੇ ਨੇ। ਸੋ ਉਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਇਹ 90,000 ਦੀ ਅਨਾਊਂਸਮੈਂਟ ਕੀਤੀ ਗਈ ਆ। ਸੋ ਕਮਿੰਗ ਬੈਕ ਟੂ ਯੂਰ ਕੁਐਸਚਨ, ਜਿਵੇਂ ਦੱਸਿਆ ਕਿ ਬਰੋਡਰ ਤੌਰ ਤੇ ਦੋ ਕੈਟੇਗਰੀਜ਼ ਨੇ, ਜਿਹਦੇ ਵਿੱਚੋਂ ਪਹਿਲੀ ਕੈਟੇਗਰੀ ਹੈਲਥ ਕੇਅਰ ਵਰਕਰਸ ਤੇ ਐਸੈਂਸ਼ੀਅਲ ਵਰਕਰਸ, ਇਹ ਦੋ ਕੈਟੇਗਰੀ ਨੇ ਵਰਕ ਪਰਮਿਟ ਵਾਲੀਆਂ। ਸੋ ਮੈਂ ਵਿਊਅਰਸ ਨੂੰ ਦੱਸਦਾ ਜੀ ਕਿ ਜਦੋਂ ਪੰਨੂ ਸਾਹਿਬ ਨੇ ਜ਼ਿਕਰ ਕੀਤਾ ਕਿ ਫੈਡਰਲ ਸਰਕਾਰ ਦਾ ਇੱਕ ਟਾਰਗੇਟ ਹੁੰਦਾ ਆ ਨਿਊ ਇਮੀਗ੍ਰੈਂਟਸ ਨੂੰ ਇੱਥੇ ਕੈਨੇਡਾ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਵਸਾਉਣ ਦਾ, ਉਹਦੇ ਪਿੱਛੇ ਕਾਰਨ ਇਹ ਹੈਗਾ ਜੀ ਕਿ ਜਿਹੜੀ ਅਗਰ ਤੁਸੀਂ 1971 ਦੇ ਫਿਗਰ ਦੇਖੋ ਤੇ 6.6 ਵਰਕਿੰਗ ਹੈਂਡ ਸੀਗੇ ਹਰ ਸੀਨੀਅਰ ਦੇ ਪਿੱਛੇ, ਹੁਣ ਉਹ ਘਟ ਕੇ 3 ਰਹਿ ਗਏ ਨੇ। ਤੇ ਜੇ ਅਗਰ ਇਹ ਜਿਹੜੇ ਇਮੀਗ੍ਰੈਂਟਸ ਨੇ ਅਗਰ ਨਾ ਆਉਣ ਤਾਂ ਇਹ 2035 ਤੱਕ ਇਹ ਘਟ ਕੇ 2 ਰਹਿ ਜਾਣਗੇ। ਸੋ ਉਹਦਾ ਕੀ ਮਤਲਬ ਹੋਏਗਾ ਕਿ ਜਿਹੜਾ ਕੋਈ ਵੀ ਵਰਕਿੰਗ ਇੰਡੀਵਿਜੂਅਲ ਆ ਜਿਹਨੇ ਜੌਬ ਕਰਨੀ ਆ ਜਾਂ ਕੋਈ ਬਿਜ਼ਨਸ ਕਰਦਾ ਕਿਤੇ, ਉਹਨੂੰ ਕਿਤੇ ਵੱਧ ਟੈਕਸਿਸ ਜਿਹੜੇ ਸੀਗੇ ਉਹ ਬੀਅਰ ਕਰਨੇ ਪੈਣੇ ਸੀਗੇ, ਜਿਹੜੀਆਂ ਆਪਣੀਆਂ ਲੋੜੀਂਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਚੱਲਦਾ ਰੱਖਣ ਵਾਸਤੇ। ਪੰਨੂ ਸਾਹਿਬ ਮੈਂ ਠੀਕ ਕਿਹਾ ਜਾਂ ਤੁਸੀਂ ਕੁਝ ਐਡ ਕਰਨਾ ਚਾਹੋਗੇ? ਨਹੀਂ, ਬਿਲਕੁਲ ਤੁਸੀਂ ਠੀਕ ਕਿਹਾ ਜੀ। ਸੋ ਕੈਨੇਡੀਅਨ ਇਕੋਨਮੀ ਨੂੰ ਕੰਟੀਨਿਊ ਰੱਖਣ ਵਾਸਤੇ, ਇਹਦੀ ਗਰੋਥ ਨੂੰ ਕੰਟੀਨਿਊ ਰੱਖਣ ਵਾਸਤੇ ਨਵੇਂ ਇਮੀਗ੍ਰੈਂਟਸ ਦਾ ਆਉਣਾ ਬਹੁਤ ਜ਼ਰੂਰੀ ਹੈ। ਅਤੇ ਉਸੇ ਚੀਜ਼ ਨੂੰ ਅੱਗੇ ਚਲਾਉਂਦਿਆਂ ਹੋਇਆਂ ਹਰੇਕ ਸਾਲ ਦਾ ਜੋ ਟਾਰਗੇਟ ਇਸ ਸਾਲ ਦਾ 4,01,000 ਦਾ, ਜਿਵੇਂ ਮੈਂ ਦੱਸਿਆ ਕਿ ਉਹ ਟਾਰਗੇਟ ਪੂਰਾ ਕਰਨ ਵਾਸਤੇ, ਪਲੱਸ ਜੋ ਇੰਟਰਨਲ ਚੈਲੰਜਸ ਨੇ ਉਹਨੂੰ ਪੂਰੀਆਂ ਕਰਨ ਵਾਸਤੇ ਇਹ ਨਵਾਂ ਅੱਜ ਦਾ ਅਨਾਊਂਸਮੈਂਟ ਕੀਤੀ ਗਈ ਆ ਕਿ ਨਵੇਂ 90,000 ਐਪਲੀਕੇਸ਼ਨਸ PR ਦੀਆਂ ਲਈਆਂ ਜਾ ਰਹੀਆਂ ਨੇ। ਸ਼ੁਰੂ 'ਚ ਇਸ ਤੋਂ ਪਹਿਲਾਂ ਕਿ ਆਪਾਂ ਇਹਨਾਂ ਦੀ ਕੈਟਾਗਰੀ ਡਿਟੇਲ 'ਚ ਜਾਈਏ ਜੀ, ਦੋ ਕੁ ਗੱਲਾਂ ਮੈਂ ਤੁਹਾਡੇ ਤੋਂ ਇਸ ਸੰਬੰਧੀ ਪੁੱਛਣਾ ਚਾਹਾਂਗਾ ਕਿ ਕਾਫੀ ਸਾਰੀ ਜਿਹੜੇ ਆਪਣੇ ਵਿਊਜ਼ ਨੇ, ਹੋ ਸਕਦਾ ਉਹ
ਅਗਰ ਜਿਹੜੇ ਐਲੀਜੀਬਲ ਸੀਗੇ ਕਿਸੇ ਨਾ ਕਿਸੇ ਹੋਰ ਕੈਟਾਗਰੀ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਜਾਂ ਲਗਾਈ ਸੀਗੀ ਜਾਂ ਉਹ ਲਗਾਉਣ ਦੀ ਸੋਚ ਰਹੇ ਸੀਗੇ, ਤੇ ਹੁਣ ਜਿੱਦਾਂ ਇਹ ਅਨਾਉਂਸਮੈਂਟ ਹੋਈ ਆ ਤੇ ਕੀ ਪੈਰਲਲ ਫਾਈਲਸ ਲੱਗ ਸਕਦੀਆਂ ਨੇ ਡਿਫਰੈਂਟ ਪ੍ਰੋਗਰਾਮਸ ਦੇ ਅੰਡਰ ਕਿ ਨਹੀਂ ਲੱਗ ਸਕਦੀਆਂ? ਹਾਂਜੀ, ਨਹੀਂ, ਕੁਝ ਪ੍ਰੋਗਰਾਮ ਦੇ ਵਿੱਚ ਫਾਈਲਸ ਲੱਗ ਸਕਦੀਆਂ ਨੇ, ਭਾਵ ਕਿ ਇੱਕ ਐਪਲੀਕੈਂਟ ਇੱਕ ਤੋਂ ਵੱਧ ਕੈਟਾਗਰੀ ਦੇ ਵਿੱਚ ਅਪਲਾਈ ਕਰ ਸਕਦਾ। ਸੋ ਉਹਦਾ ਕੋਈ ਡੀਮੈਰਿਟ ਪੁਆਇੰਟ ਨਹੀਂ ਹੋਏਗਾ ਵੀ ਇਹਨੇ ਇੱਧਰ ਵੀ ਅਪਲਾਈ ਕਰਤਾ ਤੇ ਉੱਧਰ ਵੀ ਅਪਲਾਈ ਕਰਤਾ? ਇਹਦਾ ਕੋਈ ਡੀਮੈਰਿਟ ਪ੍ਰੋਗਰਾਮ ਨਹੀਂ ਹੈਗਾ, ਐਜ਼ ਲੌਂਗ ਐਜ਼ ਇਹ ਫੈਡਰਲ ਪ੍ਰੋਗਰਾਮ ਆ, ਤੁਸੀਂ ਫੈਡਰਲ ਪ੍ਰੋਗਰਾਮ ਦੇ ਵਿੱਚ ਆਪਣੀ ਐਪਲੀਕੇਸ਼ਨ ਲਾਉਣੀ ਆ। ਇਸ ਤੋਂ ਪਹਿਲਾਂ ਜੇ ਤੁਹਾਡਾ ਕੋਈ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਵਿੱਚ ਐਪਲੀਕੇਸ਼ਨ ਲੱਗੀ ਆ ਤਾਂ ਉਹ ਵੀ ਕੰਟੀਨਿਊ ਰਹੇਗੀ, ਇਸ ਕਰਕੇ ਉਹਦੀ ਚਿੰਤਾ ਲੈਣ ਦੀ ਲੋੜ ਨਹੀਂ, ਇਹ ਨਵੇਂ ਪ੍ਰੋਗਰਾਮ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈ। ਬਿਲਕੁਲ ਜੀ। ਤੇ ਹੁਣ ਆਪਾਂ ਆਈਏ ਜੀ ਜਿਹੜੀ ਮੇਨ ਕਰਕਸ ਆਫ ਦਾ ਜਿਹੜੀ ਇਨਸਾਈਡ ਇਨਫੋਰਮੇਸ਼ਨ ਆ ਇਸ ਪ੍ਰੋਗਰਾਮ ਦੀ, ਉਹਦੇ ਵਿੱਚ ਤੁਸੀਂ ਦੱਸਿਆ ਕਿ ਇਹ ਜਿਹੜੇ ਵਰਕਰਸ ਜਿਹੜੇ ਹੈਲਥ ਇੰਡਸਟਰੀ ਨਾਲ ਜਾਂ ਸਾਈਟ ਤੇ ਜਿਹੜੇ ਉਹਨਾਂ ਦੇ ਕੋਈ ਨਾ ਕੋਈ ਸਕਿੱਲ ਹੈਗੀ ਆ, ਜਾਂ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਦੇ ਨਾਲ ਜਿਹੜੇ ਬੰਦੇ ਜੁੜੇ ਹੋਏ ਨੇ, ਸੋ ਕਿਹੜੀਆਂ ਕੈਟਾਗਰੀਜ਼ ਨੇ ਔਰ ਕਿੰਨੀਆਂ ਫਾਈਲਾਂ ਨੇ ਜੀ ਜਿਹੜੀਆਂ ਜਾਂ ਕਿੰਨੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਉਹਨਾਂ ਨੇ ਇਸ ਪ੍ਰੋਗਰਾਮ ਦੇ ਅੰਡਰ ਐਕਸੈਪਟ ਕਰਨੀਆਂ ਨੇ ਜੀ? ਸੋ ਜਿਹੜੀ ਤੁਸੀਂ ਕਰਕਸ ਦੀ ਗੱਲ ਕੀਤੀ ਆ, ਸੋ ਨਿਚੋੜ ਦੇ ਵਿੱਚ 90,000 ਐਪਲੀਕੇਸ਼ਨ ਲਈਆਂ ਜਾਣੀਆਂ ਨੇ। ਦੋ ਕੈਟਾਗਰੀਜ਼ ਨੇ, ਵਰਕ ਪਰਮਿਟ ਤੇ ਇੰਟਰਨੈਸ਼ਨਲ ਸਟੂਡੈਂਟਸ ਜੀ। ਵਰਕ ਪਰਮਿਟ ਦੇ ਵਿੱਚੋਂ 50,000 ਐਪਲੀਕੇਸ਼ਨਸ ਨੇ। ਅੱਛਾ ਜੀ। ਉਹਦੇ 50,000 ਦੇ ਵਿੱਚੋਂ ਵੀ 20,000 ਐਪਲੀਕੇਸ਼ਨ ਜਿਹੜੀ ਆ ਹੈਲਥ ਵਰਕਰ ਦੀ ਆ। ਅੱਛਾ ਜੀ। 30,000 ਐਪਲੀਕੇਸ਼ਨ ਐਸੈਂਸ਼ੀਅਲ ਵਰਕਰਸ ਦੀ ਆ ਅਤੇ 40,000 ਐਪਲੀਕੇਸ਼ਨ ਇੰਟਰਨੈਸ਼ਨਲ ਸਟੂਡੈਂਟਸ ਦੀ ਆ। ਟਾਈਮ ਫਿਕਸ ਕੀਤਾ ਗਿਆ ਇਹਦਾ 6 ਮਈ ਨੂੰ ਐਪਲੀਕੇਸ਼ਨਸ ਖੁੱਲ੍ਹਣੀਆਂ ਨੇ, 5 ਨਵੰਬਰ ਤੱਕ ਸਬਮਿਟ ਕਰਨੀਆਂ ਨੇ। ਫਰਦਰ ਇਹਨਾਂ ਦੀ ਕਿਹੜੇ ਸਟੂਡੈਂਟ ਐਲੀਜੀਬਲ ਨੇ, ਹਰੇਕ ਕੈਟੇਗਰੀ ਦੇ ਵਿੱਚ ਕਿਹੜੀਆਂ ਐਲੀਜੀਬਿਲਿਟੀ ਰਿਕੁਆਇਰਮੈਂਟ ਨੇ, ਜੌਬ ਦੀ ਕੀ ਰਿਕੁਆਇਰਮੈਂਟ ਹੈ, ਲੈਂਗੁਏਜ ਦੀ ਕੀ ਰਿਕੁਆਇਰਮੈਂਟ ਹੈ ਅਤੇ ਬਾਕੀ ਰੈਜ਼ੀਡੈਂਸੀ ਦੀ ਕੀ ਆ। ਸੋ ਇਹਦਾ ਆਪਾਂ ਡਿਟੇਲ 'ਚ ਗੱਲ ਕਰਾਂਗੇ, ਪਰ ਮੋਟੇ ਤੌਰ ਤੇ 90,000 ਐਪਲੀਕੇਸ਼ਨ, 50 ਐਸੈਂਸ਼ੀਅਲ ਵਰਕਰਸ ਤੇ ਹੈਲਥ ਵਰਕਰ ਦੇ ਵਿੱਚੋਂ, 40 ਸਟੂਡੈਂਟਸ ਦੇ ਵਿੱਚੋਂ ਤੇ ਪਲੱਸ ਇਹਨਾਂ ਦੀ ਐਲੀਜੀਬਿਲਿਟੀ ਰਿਕੁਆਇਰਮੈਂਟ। ਤੇ ਜਿਹੜੇ ਹੈਲਥ ਸਰਵਿਸਿਜ਼ ਨਾਲ ਜਿਹੜੀ ਇੰਡਸਟਰੀ ਦੇ ਵਿੱਚ ਜੁੜੇ ਹੋਏ ਨੇ, ਉਹ ਤਾਂ ਚਲੋ ਇੱਕ ਬੜੀ ਬ੍ਰੌਡਰ ਐਸਪੈਕਟ 'ਚ ਅਸੀਂ ਸਮਝ ਸਕਦੇ ਹਾਂ ਕਿ ਡਾਕਟਰਸ ਤੋਂ ਲੈ ਕੇ ਕੋਈ ਵੀ, ਅਗਰ ਕੋਈ ਫਿਜ਼ੀਸ਼ੀਅਨ ਤੋਂ ਲੈ ਕੇ ਅਗਰ ਕੋਈ ਨਰਸ ਹੈਗੇ ਜਾਂ ਕੋਈ ਕੇਅਰ ਗਿਵਰ ਹੈਗੇ ਆ, ਉਹ ਸਾਰੀਆਂ ਸਮਝ ਸਕਦੇ ਹਾਂ। ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਨੇ ਇਹਨਾਂ ਦੇ ਵਿੱਚ ਕਿਹੜੀਆਂ ਐਸੀਆਂ ਨੇ ਜਿਹੜੀਆਂ ਤੁਸੀਂ ਬ੍ਰੌਡਰ ਇੱਕ ਕਵਰੇਜ ਦੀ ਤੁਸੀਂ ਗੱਲ ਕੀਤੀ ਕਿ ਫੈਡਰਲ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਰਨ ਦੀ, ਤੇ ਕਿਹੜੀਆਂ ਜਿਹੜੀਆਂ ਸਰਵਿਸਿਜ਼ ਨੇ ਜੀ ਉਹ ਕਵਰਡ ਨੇ? ਸੋ ਵਰਕ ਪਰਮਿਟ ਕੈਟਾਗਰੀ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ 2 ਸਬ ਕੈਟਾਗਰੀਜ਼ ਨੇ, ਮੈਂ ਥੋੜਾ ਜਿਹਾ ਹੋਰ ਟੱਚ ਕਰਾਂਗਾ ਹੈਲਥ ਵਰਕਰਸ ਨੂੰ ਵੀ। ਸੋ ਜਿਵੇਂ ਤੁਸੀਂ ਦੱਸਿਆ ਕਿ ਡਾਕਟਰਸ ਤੋਂ ਲੈ ਕੇ ਹੈਲਥ ਕੇਅਰ ਏਡ ਤੱਕ ਸਾਰੇ ਇਸ ਕੈਟਾਗਰੀ ਦੇ ਵਿੱਚ ਐਲੀਜੀਬਲ ਨੇ। ਸੋ ਉਹਦੇ ਵਿੱਚ ਡਾਕਟਰਸ ਨੇ, ਨਰਸਾਂ ਦੀਆਂ ਸਾਰੀਆਂ ਕੈਟਾਗਰੀਜ਼ ਨੇ, ਭਾਵੇਂ ਨਰਸਿੰਗ ਦੀ ਕਿਸੇ ਵੀ ਕੈਟਾਗਰੀ ਦੇ ਵਿੱਚ ਉਹ RN ਨੇ ਜਾਂ ਆਕਜ਼ਿਲਰੀ ਨਰਸਿਸ ਨੇ, ਉਹ ਸਾਰੀਆਂ ਇਸ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ। ਇਸ ਤੋਂ ਇਲਾਵਾ ਫਾਰਮਾਸਿਸਟ ਨੇ, ਡਾਈਟੀਸ਼ੀਅਨਸ ਨੇ, ਫਿਜ਼ੀਓਥੈਰੇਪਿਸਟ ਨੇ, ਆਕੂਪੇਸ਼ਨਲ ਥੈਰੇਪਿਸਟ ਨੇ, ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨਸ ਨੇ, ਰੈਸਪੀਰੇਟਰੀ ਥੈਰੇਪਿਸਟ ਨੇ, ਰੇਡੀਓਲੋਜਿਸਟ ਨੇ, ਸੋਨੋਗ੍ਰਾਫਰਸ ਨੇ, ਡੈਂਚਰਿਸਟ ਨੇ। ਸੋ ਇਹ ਸਾਰੀਆਂ ਹੈਲਥ ਕੇਅਰ ਦੀਆਂ ਕੈਟਾਗਰੀਜ਼ ਅਪ ਟੂ ਹੋਮ ਕੇਅਰ ਵਰਕਰ ਔਰ ਹੈਲਥ ਕੇਅਰ ਏਡ ਤੱਕ। ਆ ਜਿਹੜੀ ਸੈਕੰਡ ਕੈਟਾਗਰੀ ਤੁਸੀਂ ਟੱਚ ਕੀਤੀ ਆ ਐਸੈਂਸ਼ੀਅਲ ਵਰਕਰ ਦੀ, ਸੋ ਇਹ ਕਾਫੀ ਲੰਬੀ ਚੌੜੀ ਕੈਟਾਗਰੀ ਆ ਔਰ ਮੈਂ ਸਮਝਦਾ ਕਿ ਕਾਫੀ ਜ਼ਰੂਰੀ ਵੀ ਸੀ। ਇਹਦੇ ਵਿੱਚੋਂ ਬਹੁਤ ਸਾਰੀਆਂ ਕੈਟਾਗਰੀਜ਼ ਜਿਹੜੀਆਂ ਕਿ ਬਹੁਤ ਹਾਰਡ ਵਰਕਿੰਗ ਨੇ, ਮਨੀ ਦੇ ਰੂਪ ਵਿੱਚ ਸੋਹਣੀ, ਉਹਨਾਂ ਦੀ ਇਨਕਮ ਵੀ ਸੋਹਣੀ ਆ, ਪਰ ਉਹਨਾਂ ਨੂੰ ਨੌਕ ਕੈਟਾਗਰੀ ਦੇ ਵਿੱਚ C ਜਾਂ D ਦੇ ਵਿੱਚ ਰੱਖਿਆ ਗਿਆ। ਉਹ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਐਲੀਜੀਬਲ ਨਹੀਂ ਸੀ ਹੁੰਦੇ। ਸੋ ਉਹ ਬਹੁਤ ਹਾਰਡ ਵਰਕਿੰਗ ਔਰ ਕੈਨੇਡੀਅਨ ਇਕੋਨਮੀ ਨੂੰ ਬਹੁਤ ਉਹਨਾਂ ਦੀ ਕੰਟਰੀਬਿਊਸ਼ਨ ਸੀ। ਸੋ ਉਹਨਾਂ ਦੀਆਂ ਫੈਮਿਲੀ ਨੂੰ ਵੀ ਤੇ ਉਹਨਾਂ ਨੂੰ ਵੀ ਇੰਨਾ ਬੈਨੀਫਿਟ ਐਗਜ਼ਿਸਟਿੰਗ ਜਿਹੜੇ ਪ੍ਰੀਵੀਅਸ ਐਗਜ਼ਿਸਟਿੰਗ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਉਹਨਾਂ 'ਚੋਂ ਕੋਈ ਫਾਇਦਾ ਨਹੀਂ ਸੀ ਹੋ ਰਿਹਾ। ਸੋ ਉਹਨਾਂ ਦੇ ਵਿੱਚ ਮੋਟੇ ਤੌਰ ਤੇ ਸੇਲਸ ਨਾਲ ਰਿਲੇਟਡ ਸਾਰੀਆਂ ਕੈਟਾਗਰੀਜ਼ ਨੇ, ਕੈਸ਼ੀਅਰ ਜਾਂ ਗੈਸ ਸਟੇਸ਼ਨ, ਸਰਵਿਸ ਸਟੇਸ਼ਨ ਅਟੈਂਡੈਂਟਸ ਨੇ। ਸੋ ਉਸ ਤਰ੍ਹਾਂ ਦੀਆਂ ਸਾਰੀਆਂ ਕੈਟਾਗਰੀਜ਼ ਆ ਜਾਂਦੀਆਂ ਨੇ। ਉਸ ਤੋਂ ਇਲਾਵਾ ਇੰਡਸਟਰੀਅਲ, ਇਲੈਕਟ੍ਰੀਕਲ ਤੇ ਕੰਸਟਰਕਸ਼ਨ ਨਾਲ ਟ੍ਰੇਡ ਜਿੰਨੇ ਵੀ, ਭਾਵੇਂ ਕੋਈ ਰੂਫਰ ਆ, ਭਾਵੇਂ ਕੋਈ ਟਾਈਲ ਫਿਟਰ ਆ, ਭਾਵੇਂ ਕੋਈ ਇਹਦੇ ਨਾਲ ਰਿਲੇਟਡ ਕਿਸੇ ਵੀ ਕੈਟਾਗਰੀ ਦੇ ਵਿੱਚ ਕੰਮ ਕਰ ਰਿਹਾ। ਕੰਸਟਰਕਸ਼ਨ ਦਾ ਕੋਈ ਵੀ ਐਸਪੈਕਟ ਐਸਾ ਨਹੀਂਗਾ ਜਿਹੜਾ ਉਹਨਾਂ ਨੇ ਛੱਡਿਆ ਹੋਵੇ। ਹਰ ਤਰੀਕੇ ਦਾ ਜਿਹੜਾ ਸਕਿਲਡ ਵਰਕਰ ਆ ਉਹ ਇਹਦੇ ਵਾਸਤੇ ਐਲੀਜੀਬਲ ਹੈ। ਹਾਂਜੀ, ਬਿਲਕੁਲ। ਬੜੀ ਲੰਬੀ ਚੌੜੀ ਇਹਦੇ ਵਿੱਚ ਕੈਟਾਗਰੀ ਆ ਉਹਨਾਂ ਦੇ ਸੁਪਰਵਾਈਜ਼ਰੀ ਰੋਲ ਤੋਂ ਲੈ ਕੇ ਅਤੇ ਜਿਹੜੇ ਕੰਸਟਰਕਸ਼ਨ ਵਰਕਰਸ ਨੇ, ਜਿਹਦੇ ਵਿੱਚ ਭਾਵੇਂ ਪਲੰਬਰਸ ਨੇ, ਗੈਸ ਫਿਟਰਸ ਨੇ, ਕਾਰਪੈਂਟਰਸ ਨੇ, ਕੈਬਨਿਟ ਮੇਕਰਸ ਨੇ,
ਰੂਫਰਸ ਨੇ, ਸਿੰਗਲਰਸ ਨੇ, ਗਲੇਜੀਅਰਸ ਨੇ, ਇਨਸੂਲੇਟਰਸ ਨੇ। ਸੋ ਇਹ ਸਾਰੀ ਕਾਫੀ ਲੰਬੀ ਚੌੜੀ ਲਿਸਟ ਹੈ ਇਹਦੇ ਵਿੱਚ ਐਸੈਂਸ਼ੀਅਲ ਵਰਕਰ ਦੀ ਕੰਸਟਰਕਸ਼ਨ ਦੇ ਵਿੱਚ। ਸੋ ਲਾਰਜਲੀ ਦੇਖਿਆ ਜਾਵੇ ਤਾਂ ਫੈਡਰਲ ਗਵਰਨਮੈਂਟ ਨੇ ਕੋਈ ਸਕੋਪ ਨਹੀਂ ਛੱਡਿਆ ਕਿ ਅਗਰ ਕਿਸੇ ਕੋ ਕੋਈ ਸਕਿੱਲ ਹੈਗੀ ਹੈ ਤੇ ਉਹ ਅਗਰ ਜਿਹੜੇ ਬਾਕੀ ਕ੍ਰਾਈਟੇਰੀਆ ਅਗਰ ਉਹ ਫੁੱਲਫਿਲ ਕਰਦਾ ਆ ਤੇ ਉਹਨਾਂ ਵਾਸਤੇ ਉਹਨਾਂ ਨੇ ਦਰਵਾਜ਼ੇ ਓਪਨ ਕਰਤੇ ਕਿ ਤੁਸੀਂ ਅਸੀਂ ਤੁਹਾਨੂੰ ਬੈਨੀਫਿਟ ਦੇ ਰਹੇ ਹਾਂ ਤੇ ਇਹਨੂੰ ਅਵੇਲ ਕਰੋ। ਬਿਲਕੁਲ ਠੀਕ ਹੈ ਢਿੱਲੋਂ ਸਾਹਿਬ, ਅਤੇ ਕੁਝ ਕੈਟੇਗਰੀ ਦੇ ਵਿੱਚ ਬੜੀ ਜ਼ਰੂਰਤ ਸੀਗੀ। ਸੋ ਐਸੈਂਸ਼ੀਅਲ ਵਰਕਰ ਦੇ ਵਿੱਚ ਜਿਵੇਂ ਆਪਾਂ ਕੈਸ਼ੀਅਰ ਤੇ ਕੰਸਟਰਕਸ਼ਨ ਨਾਲ ਰਿਲੇਟਡ ਗੱਲ ਕੀਤੀ ਆ, ਇਸ ਤੋਂ ਇਲਾਵਾ ਟਰਾਂਸਪੋਰਟ ਇੰਡਸਟਰੀ ਨਾਲ ਰਿਲੇਟਡ ਜਿੰਨੇ ਜੌਬਸ ਨੇ, ਐਗਰੀਕਲਚਰ ਨਾਲ ਰਿਲੇਟਡ ਜਿੰਨੇ ਨੇ। ਹਾਂਜੀ, ਐਗਰੀਕਲਚਰ ਵੀ ਅਗੇਨ ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਇੱਥੇ ਹਾਈਲਾਈਟ ਕੀਤਾ ਜੀ। ਅਸੀਂ ਬੜੀ ਸੁਣਨ 'ਚ ਵੀ ਆਉਂਦਾ ਰਿਹਾ ਆ ਕਿ ਐਗਰੀਕਲਚਰ ਦੇ ਸਾਈਡ ਦੇ ਉੱਤੇ ਜਿਹੜੇ ਕੋਈ ਵਰਕ ਪਰਮਿਟ ਲੈ ਕੇ ਆਉਂਦੇ ਸੀਗੇ ਤੇ ਉਹ ਬਹੁਤ ਐਕਸਪਲੋਇਟ ਵੀ ਹੋਏ ਨੇ ਇਸ ਸਾਰੀ ਗੇਮ ਦੇ ਵਿੱਚ, ਕਿ ਜਦੋਂ ਉਹਨਾਂ ਦੀ ਇਹ ਮਨਸ਼ਾ ਹੈ ਵੀ ਮੈਂ ਇੱਥੇ ਪੱਕਾ ਹੋ ਜਾਵਾਂ, ਸੈਟਲ ਹੋ ਜਾਵਾਂ, ਤੇ ਬੜਾ ਐਕਸਪਲੋਇਟੇਸ਼ਨ ਸੀਗੀ ਉਹਨਾਂ ਦੀ ਚੱਲ ਰਹੀ। ਸੋ ਬਹੁਤ ਵੱਡੀ ਗੱਲ ਹੈ ਜੀ ਅਗਰ ਉਹਨਾਂ ਨੇ ਰਿਲੀਫ ਦਿੱਤੀ ਹੈ ਜੀ। ਹਾਂਜੀ, ਜਿਵੇਂ ਐਗਰੀਕਲਚਰ ਤੇ ਟਰੱਕਿੰਗ ਇੰਡਸਟਰੀ ਦੀ ਆਪਾਂ ਗੱਲ ਕਰੀਏ, ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਵੇਂ ਬਹੁਤ ਸਾਰੇ ਇਹਨਾਂ ਵਿੱਚੋਂ ਲੌਂਗ ਹਾਲ ਟਰੱਕ ਡਰਾਈਵਰਸ ਨੇ, ਅਮਰੀਕਾ ਨੂੰ ਚੱਲਦੇ ਨੇ, ਸਿੰਗਲ ਚੱਲਦੇ ਨੇ, ਟੀਮ ਚੱਲਦੇ ਨੇ, 6-6 7-7 8-8 ਦਿਨ 12-12 ਦਿਨ ਵੀ ਘਰੋਂ ਬਾਹਰ ਰਹਿੰਦੇ ਨੇ। ਬਟ ਬਹੁਤ ਸਾਰੇ ਜਿਹੜੇ ਪਹਿਲੇ ਪ੍ਰੋਗਰਾਮ ਸੀ ਉਹਨਾਂ ਵਿੱਚ ਐਲੀਜੀਬਿਲਟੀ ਨਹੀਂ ਸੀ ਬਣਦੀ PR ਹੋਣ ਲਈ, ਉਹਨਾਂ ਕੋਲ ਲੈ ਦੇ ਕੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਰਹਿ ਜਾਂਦਾ ਸੀਗਾ। ਉਹਦੇ ਵਿੱਚ ਵੀ ਅਲਬਰਟਾ ਦੇ ਵਿੱਚ ਤੇ ਚਲੋ ਟਾਈਮ ਤੋਂ ਬਾਅਦ ਐਲੀਜੀਬਿਲਟੀ ਹੋ ਜਾਂਦੀ ਸੀ। BC ਦੇ ਵਿੱਚ ਜਾਂ ਹੋਰ ਪ੍ਰੋਵਿੰਸ ਦੇ ਵਿੱਚ ਇੱਕ ਕਾਮਨ ਪੂਲ ਬਣਦਾ ਆ, ਉਹਦੇ 'ਚੋਂ ਲਾਟਰੀ ਸਿਸਟਮ ਆ, ਜੇ ਤੁਸੀਂ ਹਾਇਰ ਪੁਆਇੰਟਸ ਨੇ ਤੇ ਤੁਸੀਂ ਤੁਹਾਡਾ ਨਾਮ ਪਿਕ ਹੋ ਜਾਏਗਾ। ਉਹਦੇ ਵਿੱਚ ਟਰੱਕ ਡਰਾਈਵਰਸ ਫੇਰ ਨਹੀਂ ਸੀ ਆਉਂਦੇ ਕਿਉਂਕਿ ਮੋਸਟਲੀ ਗ੍ਰੇਡ 12 ਨੇ, ਇਹਨਾਂ ਕੋਲ ਬੈਚਲਰ ਮਾਸਟਰ ਡਿਗਰੀ ਬਹੁਤਿਆਂ ਕੋਲ ਹੈ ਨਹੀਂ, ਸੋ ਐਲੀਜੀਬਿਲਟੀ ਨਹੀਂ ਸੀ ਬਣਦੀ। ਸੋ ਟਰੱਕਿੰਗ ਦੇ ਵਿੱਚੋਂ ਇਸ ਤੋਂ ਇਲਾਵਾ ਫਾਰਮ ਵਰਕਰ ਦੀ ਗੱਲ ਆਪਾਂ ਕੀਤੀ, ਐਗਰੀਕਲਚਰ ਨਾਲ ਰਿਲੇਟਡ ਫਾਰਮ ਵਰਕਰ ਖਾਸ ਕਰਕੇ ਉਹ ਇੱਥੇ ਆ ਜਾਂਦੇ ਸੀ ਵਰਕ ਪਰਮਿਟ ਲੈ ਕੇ, ਪਰ ਉਸ ਤੋਂ ਬਾਅਦ ਉਹਨਾਂ ਦੀ ਐਲੀਜੀਬਿਲਟੀ ਨਹੀਂ ਸੀ ਬਣਦੀ। ਸੋ ਕਲੀਨਿੰਗ ਇਸ ਕੈਟੇਗਰੀ ਦੇ ਵਿੱਚ ਕਲੀਨਰਸ ਨੇ, ਚਾਈਲਡ ਕੇਅਰਸ ਨੇ, ਚਾਈਲਡ ਕੇਅਰ ਪ੍ਰੋਵਾਈਡਰਸ ਨੇ, ਰਿਟੇਲ ਬੁਚਰਸ ਨੇ, 에ਅਰਲਾਈਨ ਟਿਕਟ ਸਰਵਿਸ ਜਿਹੜੇ ਏਜੰਟਸ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੈਟੇਗਰੀਜ਼ ਨੇ। ਹਾਂਜੀ ਹਾਂਜੀ, ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਧਾਰਨ ਕੈਟੇਗਰੀਜ਼ ਨੇ ਜਿਹੜੀਆਂ ਆਮ ਪ੍ਰੋਗਰਾਮਾਂ ਦੇ ਵਿੱਚ ਐਲੀਜੀਬਲ ਨਹੀਂ ਸੀ ਹੁੰਦੀਆਂ, ਪਰ ਇਹਦੇ ਵਿੱਚ ਫਿੱਟ ਹੋਣਗੀਆਂ। ਪੰਨੂ ਸਾਹਿਬ, ਤੁਸੀਂ ਬਹੁਤ ਹੀ ਇੰਪੋਰਟੈਂਟ ਜਿਹੜੀ ਅੱਜ ਮੁੱਦੇ ਤੇ ਜਿਹੜੀ ਫੈਡਰਲ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਆ ਉਹਦੇ ਤੇ ਡਿਟੇਲ 'ਚ ਸਾਨੂੰ ਦੱਸ ਰਹੇ ਹੋ। ਅਜੇ ਹੋਰ ਵੀ ਗੱਲਾਂ ਤੁਹਾਡੇ ਤੋਂ ਜਾਣਨੀਆਂ ਨੇ, ਆਪਾਂ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ, ਤੇ ਮੇਰੀ ਗੱਲਬਾਤ ਚੱਲ ਰਹੀ ਹੈ ਜੀ ਸਤਨਾਮ ਪੰਨੂ ਜੀ ਨਾਲ। ਇਹ ICCRC ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਨੇ ਤੇ ਕੈਲਗਰੀ ਦੇ ਵਿੱਚ ਇੱਕ ਐਸਟੈਬਲਿਸ਼ਡ ਇਮੀਗ੍ਰੇਸ਼ਨ ਜਿਹੜੀ ਉਹਨਾਂ ਦੀ ਹੈਗੀ ਹੈ ਜੀ ਆਪਣਾ ਕੰਸਲਟੈਂਸੀ ਉਹ ਰਨ ਕਰ ਰਹੇ ਨੇ। ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਪੰਨੂ ਸਾਹਿਬ ਗੱਲ ਕਰ ਰਿਹਾ ਸੀਗਾ ਤੁਹਾਡੀ ਨਾਲ ਕਿ ਜਿਹੜਾ ਐਕਸਪਲੋਇਟੇਸ਼ਨ ਵਾਲਾ ਜਿਹੜਾ ਪਾਰਟ ਆ ਉਸ ਨੂੰ ਦੇਖਦਿਆਂ ਹੋਇਆਂ ਜਿਹੜੇ ਕੈਟਾਗਰੀਜ਼ ਦੇ ਵਿੱਚ ਪਹਿਲਾਂ ਆ ਕੇ ਸਿਚੁਏਸ਼ਨ ਪਰਮਾਨੈਂਟ ਰੈਜ਼ੀਡੈਂਸੀ ਲੈਣ ਵਾਸਤੇ ਔਖੀ ਹਮੇਸ਼ਾ ਮਹਿਸੂਸ ਕੀਤੀ ਜਾਂਦੀ ਸੀਗੀ ਉਹਨਾਂ ਦੇ ਵਾਸਤੇ ਕਿ ਸਾਡੇ ਵਾਸਤੇ ਕੋਈ ਰਾਹ ਨਹੀਂ ਹੈਗਾ। ਸੋ ਇਹ ਬਹੁਤ ਵੱਡੀ ਜਿਹੜੀ ਹੈ ਜੀ ਓਪਨਿੰਗ ਜਿਹੜੀ ਹੈ ਉਹ ਫੈਡਰਲ ਸਰਕਾਰ ਨੇ ਉਹਨਾਂ ਨੂੰ ਦਿੱਤੀ ਹੈ। ਪੰਨੂ ਸਾਹਿਬ, ਹੁਣ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਗੱਲ ਕਰੀਏ। ਮੈਂ ਦੇਖ ਰਿਹਾ ਸੀਗਾ ਕਿ ਕੁਝ ਉਹਨਾਂ ਨੂੰ ਵੀ ਰਿਲੀਫ ਦਿੱਤੀ ਹੈ ਜੀ, ਕੁਝ ਉਹਨਾਂ ਨੂੰ ਵੀ ਬੈਨੀਫਿਟ ਦਿੱਤੇ ਜੀ। ਹਾਂਜੀ ਢਿੱਲੋਂ ਸਾਹਿਬ, ਇੰਟਰਨੈਸ਼ਨਲ ਸਟੂਡੈਂਟਸ ਵੀ ਇੱਕ ਬੜੀ ਇਹੋ ਜਿਹੀ ਕੈਟੇਗਰੀ ਸੀ ਜਿਹੜੇ ਕਿ ਬਹੁਤ ਸਾਰੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਉਹ ਵੀ ਹੁਣ ਐਲੀਜੀਬਲ ਨਹੀਂ ਸੀ ਰਹਿ ਗਏ। ਪਿਛਲੇ ਸਮੇਂ ਜੋ ਕੁਝ ਚੇਂਜਸ ਕੀਤੀਆਂ ਗਈਆਂ ਸੀ ਉਹਦੇ ਵਿੱਚ ਕੁੱਲ ਮਿਲਾ ਕੇ ਐਕਸਪ੍ਰੈਸ ਐਂਟਰੀ ਇੱਕ ਮੇਨ ਕੈਟੇਗਰੀ ਰਹਿ ਗਈ ਸੀ, ਕੁਝ ਇੱਕ ਪ੍ਰੋਵਿੰਸ਼ੀਅਲ ਪ੍ਰੋਗਰਾਮਾਂ ਤੋਂ ਇਲਾਵਾ। ਸੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੜੀ ਵੱਡੀ ਰਾਹਤ ਆ। 40,000 ਪਰਮਾਨੈਂਟ ਐਪਲੀਕੇਸ਼ਨਸ ਉਹਨਾਂ ਨੂੰ ਵੀ ਮੌਕਾ ਦਿੱਤਾ ਗਿਆ, ਉਹ ਵੀ ਆਪਣੀਆਂ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ ਜਿਹੜੇ ਇੱਥੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੇ ਸਟੱਡੀ ਕੰਪਲੀਟ ਕਰ ਲਈ ਆ ਜਾਂ ਅਜੇ ਕਰਨੀ ਆ। ਤੇ ਇਹ ਹੁਣ ਜਿਹੜੀਆਂ ਦੋਨੋਂ ਕੈਟਾਗਰੀਜ਼ ਨੇ, ਅਗਰ ਆਪਾਂ ਕੁਇਕਲੀ ਤੁਹਾਡੇ ਤੋਂ ਇਹ ਜਾਣਨਾ ਚਾਹੀਏ ਕਿ ਜਿਹੜਾ ਹੈਲਥ ਕੇਅਰ ਔਰ ਜਾਂ ਹੈਲਥ ਡਿਪਾਰਟਮੈਂਟ ਜਿਹੜੇ ਹੈਗੇ ਨੇ ਪਲੱਸ ਜਿਹੜਾ ਅਸੈਂਸ਼ੀਅਲ ਸਰਵਿਸਿਜ਼ ਆ, ਇਹਨਾਂ ਵਾਸਤੇ ਅਦਰ ਦੈਨ ਇਹ ਕਿ ਉਹ ਉਹਨਾਂ ਕੋਲ ਵਰਕ ਪਰਮਿਟ ਹੋਵੇ, ਉਹਨਾਂ ਦੀ ਹੋਰ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਜੀ? ਹਾਂਜੀ, ਸੋ ਜਿਹੜੀ ਵਰਕ ਪਰਮਿਟ ਕੈਟੇਗਰੀ ਵਾਸਤੇ ਐਲੀਜੀਬਿਲਟੀ ਰਿਕੁਆਇਰਮੈਂਟ ਆ, ਸੋ ਸਭ ਤੋਂ ਪਹਿਲੀ ਗੱਲ ਇਹ ਕਿ ਉਹਨਾਂ ਕੋਲ ਘੱਟੋ ਘੱਟ 1 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ।
ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ। ਸੋ ਇਹ ਸਾਰੀਆਂ ਜਿੰਨੀਆਂ ਵੀ ਦੋਨੋਂ ਬਰੋਡਰ ਕੈਟਾਗਰੀਜ਼ ਨੇ, ਵਰਕ ਪਰਮਿਟ ਤੇ ਸਟੂਡੈਂਟਸ, ਇਹ ਇਨ ਕੈਨੇਡਾ ਕੈਟਾਗਰੀ ਵਾਸਤੇ ਹੀ ਅੱਛਾ ਜੀ। ਸੋ ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਹਾਈਲਾਈਟ ਕੀਤਾ ਕਿ ਇਹ ਨਹੀਂਗਾ ਕਿ ਓਪਨ ਨਹੀਂ ਹੈਗਾ ਟੂ ਐਵਰੀਬਡੀ। ਜਿਹੜੇ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੇ ਨੇ ਔਰ ਉਹਨਾਂ ਦੀ ਫਿਜ਼ੀਕਲ ਪ੍ਰੈਜ਼ੈਂਸ ਵੀ ਹੈਗੀ ਆ ਔਰ ਉਹ ਕਿਸੇ ਨਾ ਕਿਸੇ ਡਿਪਾਰਟਮੈਂਟ ਜਾਂ ਕਿਸੇ ਨਾ ਕਿਸੇ ਫੀਲਡ ਦੇ ਚੋਂ ਜੌਬ ਕਰਦੇ ਆ, ਉਹਨਾਂ ਵਾਸਤੇ ਹੀ ਇਹ ਆਪਸ਼ਨ ਅਵੇਲੇਬਲ ਹੈ। ਹਾਂਜੀ, ਬਹੁਤ ਸਾਰੇ ਫੋਰਨ ਵਰਕਰ ਹੋਣਗੇ ਜਾਂ ਸਟੂਡੈਂਟਸ ਹੋਣਗੇ ਜਿਹੜੇ ਬਾਕੀ ਸ਼ਰਤਾਂ ਪੂਰੀਆਂ ਕਰਦੇ ਨੇ, ਐਲੀਜੀਬਿਲਟੀ ਰਿਕੁਆਇਰਮੈਂਟ ਉਹਨਾਂ ਮੀਟ ਕਰਦੇ ਨੇ, ਪਰ ਉਹ ਵਾਪਸ ਜਾ ਚੁੱਕੇ ਨੇ, ਕੈਨੇਡਾ ਤੋਂ ਬਾਹਰ ਨੇ, ਉਹ ਅਨਫੋਰਚੂਨੇਟਲੀ ਇਸ ਪ੍ਰੋਗਰਾਮ ਦੇ ਵਿੱਚ ਐਲੀਜੀਬਲ ਨਹੀਂ ਆ। ਭਾਵ ਕਿ ਇਹ ਸਿਰਫ ਉਹਨਾਂ ਐਪਲੀਕੈਂਟਸ ਵਾਸਤੇ ਆ ਜਿਹੜੇ ਕਰੰਟਲੀ ਫਿਜ਼ੀਕਲੀ ਕੈਨੇਡਾ ਦੇ ਵਿੱਚ ਨੇ। ਸੋ ਤੁਸੀਂ ਐਲੀਜੀਬਿਲਟੀ ਦੀ ਗੱਲ ਕਰ ਰਹੇ ਸੀਗੇ ਜੀ ਕਿ ਵਰਕ ਪਰਮਿਟ ਵਾਸਤੇ ਐਪਲੀਕੇਸ਼ਨਸ ਦੀ ਕੀ ਐਲੀਜੀਬਿਲਟੀ ਆ। ਸੋ ਫਸਟ, ਜਿਵੇਂ 1 ਸਾਲ ਦਾ ਘੱਟੋ ਘੱਟ ਫੁੱਲ ਟਾਈਮ ਐਕਸਪੀਰੀਅੰਸ ਹੋਵੇ, ਭਾਵ ਜੇ ਫੁੱਲ ਟਾਈਮ ਨਹੀਂ ਵੀ ਆ, ਪਾਰਟ ਟਾਈਮ ਵੀ ਆ, ਤਾਂ ਵੀ ਉਹਨੂੰ ਪਾਰਟ ਟਾਈਮ ਲਾ ਕੇ 1 ਸਾਲ ਦਾ ਜੋ ਫੁੱਲ ਟਾਈਮ ਦਾ ਐਕਸਪੀਰੀਅੰਸ ਬਣਦਾ ਉਹਦੇ ਇਕੁਇਵਲੈਂਟ, ਭਾਵ 1560 ਘੰਟੇ ਦੀ ਵਰਕਿੰਗ ਉਹਨਾਂ ਦੀ ਹੋਣੀ ਚਾਹੀਦੀ, ਤਾਂ ਉਹ ਐਲੀਜੀਬਲ ਬਣ ਜਾਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਠੀਕ ਹੈ ਜੀ। ਤੇ ਇਹਦੇ 'ਚ ਵੀ ਕੋਈ ਸਪੈਸੀਫਿਕ ਹੈਗਾ ਹੈ ਕਿ ਉਹਨਾਂ ਦੀ ਜਿਹੜੀ ਜੌਬ ਐਕਸਪੀਰੀਅੰਸ ਹੈਗਾ ਉਹ ਉਹਨਾਂ ਦੇ ਹੀ ਫੀਲਡ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਦੇ ਫੀਲਡ ਦੇ ਵਿੱਚ ਵੀ ਅਗਰ ਉਹ ਜੌਬ ਕਰਦੇ ਆ ਤਾਂ ਉਹ ਵੀ ਜਿਹੜੀ ਹੈ ਉਹਨਾਂ ਦੀ ਵੀ ਐਲੀਜੀਬਿਲਟੀ ਮੰਨੀ ਜਾਏਗੀ? ਢਿੱਲੋਂ ਸਾਹਿਬ, ਬੜਾ ਇੰਪੋਰਟੈਂਟ ਕੁਐਸਚਨ ਆ। ਰਾਈਟ ਨਾਓ ਬੜਾ ਬਰਨਿੰਗ ਇਸ਼ੂ ਆ ਸਪੈਸ਼ਲੀ ਅਲਬਰਟਾ ਦੇ ਵਿੱਚ ਕਿ ਸਟੱਡੀ ਰਿਲੇਟਡ ਹੀ ਜੌਬ ਹੋਣੀ ਚਾਹੀਦੀ ਆ, ਪਰ ਇਸ ਕੈਟੇਗਰੀ ਦੇ ਵਿੱਚ ਇੱਦਾਂ ਨਹੀਂ ਆ। ਇਹਨਾਂ ਨੇ ਬਰੋਡ ਜਿਹੜੀਆਂ ਆਪਾਂ 2 ਕੈਟੇਗਰੀਜ਼ ਕੀਤੀਆਂ ਨੇ, ਹੈਲਥ ਕੇਅਰ ਉਹਨੂੰ ਸਟਰੀਮ A ਦੇ ਵਿੱਚ ਰੱਖਿਆ ਆ, ਐਸੈਂਸ਼ੀਅਲ ਵਰਕਰ ਨੂੰ ਸਟਰੀਮ B ਦੇ ਵਿੱਚ ਰੱਖਿਆ ਆ ਜੀ। ਸੋ ਸਟਰੀਮ A ਭਾਵ ਕਿ ਹੈਲਥ ਕੇਅਰ, ਉਹ ਹੈਲਥ ਕੇਅਰ ਰਿਲੇਟਡ ਜਿੰਨੀਆਂ ਵੀ ਉਹ ਅੱਗੋਂ ਲਿਸਟ ਦਿੱਤੀ ਆ ਸਾਰੀ ਆਪਾਂ ਜਿਹੜੀ ਡਿਸਕਸ ਕਰ ਰਹੇ ਸੀ, ਉਹਨਾਂ ਵਿੱਚੋਂ ਕਿਸੇ ਵੀ ਕੈਟੇਗਰੀ ਦੇ ਵਿੱਚ ਜੌਬ ਕਰਦੇ ਹੋ ਸਕਦੇ ਨੇ। ਪਰ ਜਿਹੜੀ ਸਟਰੀਮ B ਆ ਜਿਹਦੇ ਵਿੱਚ ਐਸੈਂਸ਼ੀਅਲ ਵਰਕਰਸ ਨੇ, ਉਹ ਆਪਣੀ ਕੈਟੇਗਰੀ ਵਿੱਚ ਅਤੇ ਹੈਲਥ ਸਟਰੀਮ A ਦੇ ਵਿੱਚੋਂ ਮਿਲਾ ਕੇ ਵੀ ਉਹ 1 ਸਾਲ ਦਾ ਐਕਸਪੀਰੀਅੰਸ ਇਕੱਠਾ ਕਰ ਸਕਦੇ ਨੇ, ਪਰ ਸਟੱਡੀ ਰਿਲੇਟਡ ਜੋ ਇਸ ਤਰ੍ਹਾਂ ਦਾ ਕੁਝ ਨਹੀਂ ਆ। ਠੀਕ ਹੈ ਜੀ। ਤੇ ਜਿਹੜਾ ਹੁਣ ਆਪਾਂ ਅਗਰ ਜਿਹੜੇ ਫੋਰਨ ਸਟੂਡੈਂਟ ਸੀਗੇ ਉਹਨਾਂ ਦੇ ਬਾਰੇ ਚ ਕੀ ਐਲੀਜੀਬਿਲਟੀ ਰਿਕੁਆਇਰਮੈਂਟਸ ਨੇ ਜੀ? ਫੋਰਨ ਸਟੂਡੈਂਟਸ ਵਾਸਤੇ ਕਿ ਉਹਨਾਂ ਨੇ ਇੱਥੋਂ ਆਪਣੀ ਸਟੱਡੀ ਕੰਪਲੀਟ ਕਰ ਲਈ ਹੋਵੇ ਜਾਂ ਅਜੇ ਕਰਨੀ ਆ। ਸੋ ਸਟੱਡੀ ਦੇ ਵਿੱਚ ਉਹਨਾਂ ਨੂੰ ਇਹ ਆ ਕਿ ਜਨਵਰੀ 2017 ਤੋਂ ਬਾਅਦ ਉਹਨਾਂ ਨੇ ਆਪਣਾ ਜੋ ਵੀ ਸਰਟੀਫਿਕੇਟ, ਡਿਪਲੋਮਾ, ਡਿਗਰੀ ਕੰਪਲੀਟ ਹੋਣੀ ਚਾਹੀਦੀ ਆ ਜੀ, ਜਾਂ ਜਦੋਂ ਉਹਨਾਂ ਨੇ PR ਐਪਲੀਕੇਸ਼ਨ ਸਬਮਿਟ ਕਰਨੀ ਆ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਅੱਜ ਵੀ ਸਟੂਡੈਂਟ ਨੇ ਅਜੇ ਸਟੱਡੀ ਕੰਪਲੀਟ ਨਹੀਂ ਹੋਈ, ਜੇ ਐਪਲੀਕੇਸ਼ਨਸ ਖੁੱਲੀਆਂ ਰਹਿੰਦੀਆਂ ਨੇ, 40,000 ਦਾ ਕੋਟਾ ਨਹੀਂ ਪੂਰਾ ਹੁੰਦਾ, ਤਾਂ ਉਹ ਮੰਨ ਲਓ ਅਗਲੇ ਮਹੀਨੇ 2 ਮਹੀਨੇ ਬਾਅਦ ਜਦੋਂ ਸਟੱਡੀ ਕੰਪਲੀਟ ਕਰਕੇ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਵੀ ਐਲੀਜੀਬਲ ਹੋ ਜਾਣਗੇ। ਸੋ ਫਿਰ ਜਿੱਦਾਂ ਹੁਣ ਮੰਨ ਲਓ ਇੱਕ ਬੰਦੇ ਨੇ ਜੂਨ 'ਚ ਕੰਪਲੀਟ ਕੀਤਾ ਤੇ ਉਹਦਾ ਜੌਬ ਦਾ ਐਕਸਪੀਰੀਅੰਸ ਹੋ ਸਕਦਾ 2 ਹਫ਼ਤੇ ਹੋਵੇ ਜਾਂ 3 ਹਫ਼ਤੇ ਹੋਵੇ, ਤੇ ਫਿਰ ਉਹ ਵੀ ਐਲੀਜੀਬਲ ਹੋਏਗਾ ਜੀ? ਹਾਂਜੀ। ਸੋ ਇਹਨਾਂ ਦੇ ਜੌਬ ਐਕਸਪੀਰੀਅੰਸ ਵਾਸਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਸਿੰਪਲ ਇੰਨਾ ਕਿਹਾ ਗਿਆ ਇਸ ਪਾਲਿਸੀ ਪ੍ਰੋਗਰਾਮ ਦੇ ਵਿੱਚ ਕਿ ਜਦੋਂ ਉਹਨਾਂ ਨੇ ਅਪਲਾਈ ਕਰਨਾ, ਸਟੱਡੀ ਕੰਪਲੀਟ ਕਰਕੇ ਵਰਕ ਪਰਮਿਟ ਹੋਵੇ ਅਤੇ ਜੌਬ ਕਰਦੇ ਹੋਣ। ਉਹਦੀ ਡਿਊਰੇਸ਼ਨ ਕੀ ਆ ਉਹਦਾ ਕੋਈ ਫਿਕਸ ਨਹੀਂ ਕੀਤਾ ਗਿਆ। ਵੱਡੀ ਰਿਲੀਫ ਹੈ ਜੀ ਕਿ ਅਗਰ ਇੱਕ ਇੰਡੀਵਿਜੂਅਲ ਜਿਹੜਾ ਕਹਿ ਲਓ ਕਿ ਜੂਨ ਜਾਂ ਜੁਲਾਈ ਐਂਡ 'ਚ ਅਗਰ ਕੋਈ ਆਪਣੀ ਸਰਟੀਫਿਕੇਸ਼ਨ ਜਾਂ ਜਿਹੜੀ ਵੀ ਉਹ ਸਕਿੱਲ ਲੈ ਰਿਹਾ ਜਾਂ ਗ੍ਰੈਜੂਏਸ਼ਨ ਕਰਦਾ ਆ, ਉਹ ਕੰਪਲੀਟ ਕਰਦੇ ਆ, ਅਗਰ ਉਹਨੂੰ ਕਿਸੇ ਵੀ ਨੇਚਰ ਦੀ ਜੌਬ ਮਿਲਦੀ ਆ ਤੇ ਉਹਦੇ 'ਚ ਇਹ ਨਹੀਂ ਹੈਗਾ ਕਿ ਤੂੰ 1 ਸਾਲ ਦਾ ਐਕਸਪੀਰੀਅੰਸ ਹੋਏਗਾ ਜਾਂ 6 ਮਹੀਨੇ ਦਾ ਹੋਏਗਾ ਤੇ ਤਾਂ ਤੂੰ ਐਲੀਜੀਬਲ ਹੋਏਗਾ। ਸੋ ਬਹੁਤ ਵੱਡੀ ਰਿਲੀਫ ਹੈ ਜੀ ਉਸ ਪੱਖੋਂ। ਬਿਲਕੁਲ ਠੀਕ ਹੈ ਜੀ। ਜਿਹੜੀ ਪਹਿਲੀ ਕੈਟੇਗਰੀ ਆ ਹੈਲਥ ਕੇਅਰ ਐਂਡ ਐਸੈਂਸ਼ੀਅਲ ਵਰਕਰਸ ਵਰਕ ਪਰਮਿਟ ਵਾਲੀ, ਉਹਦੇ 'ਚ ਮਿਨੀਮਮ 1 ਸਾਲ ਦਾ ਐਕਸਪੀਰੀਅੰਸ ਆ। ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸਿਰਫ ਜੌਬ ਹੋਣੀ ਚਾਹੀਦੀ ਜਦੋਂ ਅਪਲਾਈ ਕਰਨੀ, ਉਹ ਜੌਬ 1 ਮਹੀਨੇ ਦੀ ਆ ਜਾਂ 2 ਮਹੀਨੇ ਦੀ ਆ ਜਾਂ 6 ਮਹੀਨੇ ਦੀ ਆ, ਇਹਦਾ ਕੋਈ ਮਿਨੀਮਮ ਜੌਬ ਰਿਕੁਆਇਰਮੈਂਟ ਨਹੀਂ ਰੱਖੀ ਗਈ। ਸੋ ਕਾਫੀ ਰਾਹਤ ਆ ਉਹਨਾਂ ਨੂੰ। ਤੇ ਇੱਕ ਵਾਰ ਫੇਰ ਮੈਂ ਥੋੜਾ ਜਿਹਾ ਵਿਊਅਰਸ ਦੀ ਬੈਨੀਫਿਟ ਵਾਸਤੇ ਪਨੂ ਸਾਹਿਬ ਤੁਹਾਨੂੰ ਚਾਹਾਂਗਾ ਕਿ ਕਲੀਅਰ ਕਰੋ ਕਿ ਜੋ ਤੁਹਾਡੀ ਗੱਲ ਤੋਂ ਮੈਂ ਸਮਝ ਪਾਇਆ ਕਿ ਜਿਹੜੇ ਫੋਰਨ ਸਟੂਡੈਂਟ ਨੇ ਆਪਣੀ ਸਰਟੀਫਿਕੇਸ਼ਨ ਜਾਂ ਗ੍ਰੈਜੂਏਸ਼ਨ ਜਨਵਰੀ 2017 ਤੋਂ ਪਹਿਲਾਂ ਕਰ ਲਈ ਹੈ, ਉਹ ਐਲੀਜੀਬਲ ਨਹੀਂ ਹੈਗੇ। ਇਸ ਦਾ ਟਰੂ? ਬਿਲਕੁਲ ਠੀਕ ਜੀ। ਦੂਜੇ ਸ਼ਬਦਾਂ ਦੇ ਵਿੱਚ ਯੈਸ, ਕਿ ਜਨਵਰੀ 2017 ਤੋਂ ਪਹਿਲਾਂ ਜੋ ਸਟੱਡੀ ਕੰਪਲੀਟ ਕਰਕੇ ਭਾਵੇਂ ਕੈਨੇਡਾ ਤੋਂ ਬਾਹਰ ਵਾਲੇ ਤੇ ਵੈਸੇ ਐਲੀਜੀਬਲ ਨਹੀਂ, ਕੈਨੇਡਾ ਦੇ ਵਿੱਚ ਨੇ ਉਦੋਂ ਤੋਂ ਲੈ ਕੇ ਜੌਬ ਕਰ ਰਹੇ ਨੇ, ਉਹ ਇਸ ਵਿੱਚ ਐਲੀਜੀਬਿਲਟੀ ਵਿੱਚ ਨਹੀਂ ਰੱਖੇ ਗਏ। ਸੋ ਜਨਵਰੀ 17 ਤੋਂ ਬਾਅਦ ਵਾਲੇ ਵਿਦਿਆਰਥੀ ਹੀ ਇਹਦੇ ਵਿੱਚ ਐਲੀਜੀਬਲ ਹਨ।
ਤੇ ਪੰਨੂ ਸਾਹਿਬ ਹੁਣ ਇੱਕ ਹੋਰ ਇੰਪੋਰਟੈਂਟ ਕੁਐਸਚਨ ਜਿਹੜਾ ਜੀ ਉਹ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਇਹਨਾਂ ਦੋਨਾਂ ਕੈਟਾਗਰੀਜ਼ ਦੇ ਵਿੱਚ ਜਿਹੜੀ ਲੈਂਗੁਏਜ ਪ੍ਰੋਫੀਸ਼ੀਐਂਸੀ ਆ, ਜਿਹਨੂੰ ਅਸੀਂ ਆਈਲੈਟ ਦਾ ਸਕੋਰ ਵੀ ਇੱਕ ਸਧਾਰਨ ਭਾਸ਼ਾ 'ਚ ਗੱਲ ਕਰ ਲੈਂਦੇ ਆ, ਉਹਦੇ ਬਾਰੇ ਵੀ ਕੋਈ ਹੈਗੀਆਂ ਨੇ ਜੀ ਬੈਂਚਮਾਰਕ ਜਾਂ ਕੋਈ ਐਲੀਜੀਬਿਲਟੀ ਰਿਕੁਆਇਰਮੈਂਟਸ? ਹਾਂਜੀ ਬਿਲਕੁਲ, ਐਲੀਜੀਬਿਲਟੀ ਰਿਕੁਆਇਰਮੈਂਟ ਦੇ ਵਿੱਚ ਜੋ ਲੈਂਗੁਏਜ ਦੀ ਰਿਕੁਆਇਰਮੈਂਟ ਆ, ਵਰਕ ਪਰਮਿਟ ਵਾਸਤੇ 4 ਕੈਨੇਡੀਅਨ ਬੈਂਚਮਾਰਕ ਟੂ ਇਕੁਇਵਲੈਂਟ ਅਤੇ ਸਟੂਡੈਂਟਸ ਵਾਸਤੇ 5 ਜਿਹੜੇ ਨੇ 5 ਕੈਨੇਡੀਅਨ ਬੈਂਚਮਾਰਕ ਇਕੁਇਵਲੈਂਟ। ਸੋ ਇਹ ਇਹਨਾਂ ਲਈ ਮਿਨੀਮਮ ਲੈਂਗੁਏਜ ਰਿਕੁਆਇਰਮੈਂਟ ਆ। ਅਤੇ ਜਿਹੜਾ ਟੈਸਟ ਹੈ ਇੰਗਲਿਸ਼ ਦਾ ਜੇ ਆਇਲਟਸ ਆ ਤਾਂ 2 ਸਾਲ ਦੇ ਵਿੱਚ ਕੀਤਾ ਹੋਣਾ ਚਾਹੀਦਾ, 2 ਸਾਲ ਤੋਂ ਪੁਰਾਣਾ ਵੈਲਿਡ ਨਹੀਂ ਆ। ਸੋ ਵਿਦਨ ਪ੍ਰੀਵੀਅਸ 2 ਇਅਰਸ ਫੋਰਨ ਵਰਕਰ ਜਾਂ ਵਰਕ ਪਰਮਿਟ ਕੈਟਾਗਰੀ ਉਹਨਾਂ ਲਈ 4 ਅਤੇ ਸਟੂਡੈਂਟਸ ਵਾਸਤੇ 5 ਬੈਂਚਮਾਰਕ ਰੱਖਿਆ ਗਿਆ। ਤੇ ਇਹਦੇ ਚ ਹੋਰ ਕੋਈ ਸਪੈਸੀਫਿਕ ਜਿਹੜੀ ਚੀਜ਼ ਤੁਹਾਡੇ ਮਾਈਂਡ ਦੇ ਵਿੱਚ ਹੈਗੀ ਜਿਹੜੇ ਤੁਸੀਂ ਸਾਡੇ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੋ, ਤਾਂ ਕਿ ਕਿਉਂਕਿ ਬਹੁਤ ਵੱਡੀ ਇੱਕ ਮੈਂ ਰਿਲੀਫ ਵੀ ਕਵਾਂਗਾ ਜੀ, ਖਾਸ ਕਰਕੇ ਮੈਂ ਤਾਂ ਬਾਰ-ਬਾਰ ਕਵਾਂਗਾ ਕਿ ਜਿਹੜੇ ਐਗਰੀਕਲਚਰ ਸੈਕਟਰ ਸੀਗਾ ਉਹ ਉੱਥੇ ਜਿਹੜੇ ਵਰਕਰ ਸੀਗੇ ਜੀ ਉਹਨਾਂ ਵਾਸਤੇ ਤੇ ਬਹੁਤ ਵੱਡੀ ਖੁਸ਼ਖਬਰੀ ਮੈਂ ਇੱਕ ਤਰੀਕੇ ਦੀ ਹੈਗੀ ਆ। ਤੇ ਕੋਈ ਹੋਰ ਵੀ ਚੀਜ਼ ਐਸੀ ਹੈ ਜਿਹੜੀ ਸਾਡੇ ਜਿਹੜੇ ਲਿਸਨਰ ਹੈਗੇ ਨੇ, ਵਿਊਅਰਸ ਹੈਗੇ ਨੇ, ਉਹ ਇਸ ਤੋਂ ਐਡਵਾਂਟੇਜ ਲੈ ਸਕਦੇ ਜੀ ਇਸ ਆਫਰ ਤੋਂ? ਹਾਂਜੀ, ਮੈਂ ਇਹਨਾਂ ਦੀ ਜਿਹੜੀਆਂ ਐਲੀਜੀਬਲ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਇੱਕ ਵਾਰੀ ਟੱਚ ਕਰ ਲੈਣਾ ਕਿ ਕੀ ਹੋਰ ਨੇ। ਸੋ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਤਾਂ ਉਹਨਾਂ ਲਈ ਸਟੱਡੀ ਦੀ ਗੱਲ ਕਰ ਲਈ ਕਿ ਜਨਵਰੀ 17 ਤੋਂ ਬਾਅਦ ਕੋਈ ਵੀ ਉਹਨਾਂ ਦਾ ਡਿਪਲੋਮਾ ਡਿਗਰੀ ਕੰਪਲੀਟ ਹੋਵੇ। ਉਸ ਪੀਰੀਅਡ ਦੇ ਦੌਰਾਨ ਜਦੋਂ ਉਹ ਪੜ੍ਹੇ ਨੇ ਮਿਨੀਮਮ 8 ਮਹੀਨੇ ਦੀ ਸਟੱਡੀ ਜਾਂ ਇਸ ਤੋਂ ਵੱਧ ਕੀਤੀ ਹੋਵੇ। ਉਹ ਸਾਰੇ ਪੀਰੀਅਡ ਦੇ ਦੌਰਾਨ ਉਹ ਆਥੋਰਾਈਜ਼ਡ ਟੂ ਸਟੱਡੀ ਹੋਣ, ਭਾਵ ਕਿ ਉਹਨਾਂ ਦਾ ਵੈਲਿਡ ਸਟੱਡੀ ਪਰਮਿਟ ਰਿਹਾ ਹੋਵੇ, ਸਟੱਡੀ ਵੀਜ਼ਾ ਹੋਵੇ। ਉਹਦੇ ਵਿੱਚ ਜੇ ਉਹ ਖਤਮ ਹੋ ਗਿਆ ਤਾਂ ਇਨਐਲੀਜੀਬਿਲਟੀ ਹੋ ਜਾਏਗੀ। ਬੀ ਐਮਪਲਾਇਡ ਇਨ ਕੈਨੇਡਾ ਜਦੋਂ ਅਪਲਾਈ ਕਰਨੀ, ਉਸ ਦਾ ਮਤਲਬ ਇਹ ਆ ਕਿ ਉਹ ਸੈਲਫ ਐਮਪਲਾਇਡ ਨਹੀਂ ਹੋਣਗੇ। ਸੋ ਐਮਪਲਾਇਮੈਂਟ 'ਚ ਹੋਣੇ ਚਾਹੀਦੇ ਨੇ। ਸੈਲਫ ਐਮਪਲਾਇਡ ਸਿਰਫ ਇੱਕ ਐਕਸੈਪਸ਼ਨ ਆ, ਉਹ ਨੇ ਡਾਕਟਰ ਜਿਹੜੇ ਆ ਉਹ ਪੇ ਪਰ ਯੂਜ਼ਰ ਕੈਟੇਗਰੀ ਦੇ ਵਿੱਚ ਅਰੇਂਜਮੈਂਟ ਦੇ ਵਿੱਚ ਆਉਂਦੇ ਨੇ। ਬਾਕੀ ਹੋਰ ਜਿਹੜੇ ਸੈਲਫ ਐਮਪਲਾਇਡ ਕਿਸੇ ਵੀ ਰੂਪ ਦੇ ਵਿੱਚ ਵਰਕਰ ਨੇ ਉਹ ਐਲੀਜੀਬਲ ਨਹੀਂ ਬਣਦੇ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਰਹਿੰਦੇ ਹੋਣ, ਜਦੋਂ ਅਪਲਾਈ ਕਰਨਾ ਹੈ ਉਦੋਂ ਤੋਂ ਲੈ ਕੇ ਐਪਲੀਕੇਸ਼ਨ ਮਤਲਬ ਫਿਜ਼ੀਕਲ ਪ੍ਰੈਜ਼ੈਂਸ ਉਹਨਾਂ ਦੀ ਇੱਥੇ ਚਾਹੀਦੀ। ਯੈਸ, ਫਿਜ਼ੀਕਲ ਪ੍ਰੈਜ਼ੈਂਸ ਹੋਣੀ ਜ਼ਰੂਰੀ ਆ। ਸੋ ਰੈਜ਼ਾਈਡ ਇਨ ਕੈਨੇਡਾ ਕਿਹਾ ਗਿਆ ਹੈ ਕਿ ਜਦੋਂ ਉਹਨਾਂ ਨੇ ਐਪਲੀਕੇਸ਼ਨ ਸਬਮਿਟ ਕਰਨੀ ਆ ਅਤੇ ਜਦੋਂ ਤੱਕ ਐਪਲੀਕੇਸ਼ਨ ਪ੍ਰੋਸੈਸ ਪੂਰਾ ਨਹੀਂ ਹੋ ਜਾਂਦਾ। ਜਦੋਂ ਐਪਲੀਕੇਸ਼ਨ ਸਬਮਿਟ ਕਰਨੀ ਆ ਤਾਂ ਉਹਦੇ ਨਾਲ ਜਿੰਨੀਆਂ ਵੀ ਬਾਕੀ ਰਿਕੁਆਇਰਮੈਂਟਸ ਨੇ, ਫਾਰਮ ਨੇ, ਸਪੋਰਟਿੰਗ ਲੈਟਰ, ਸਪੋਰਟਿੰਗ ਡਾਕੂਮੈਂਟਸ ਨੇ, ਉਹ ਪੂਰੇ ਹੋਣੇ ਚਾਹੀਦੇ ਨੇ। ਅਤੇ ਇਹਦੇ ਨਾਲ ਉਹਨਾਂ ਦੇ ਜਿੰਨੇ ਵੀ ਫੈਮਿਲੀ ਮੈਂਬਰਸ ਨੇ ਉਹ ਵੀ ਐਲੀਜੀਬਲ ਹੁੰਦੇ ਨੇ, ਉਹ ਵੀ ਪੀਆਰ ਹੋ ਜਾਣਗੇ। ਦੈਟਸ ਅ ਵੈਰੀ ਬਿਗ ਨਿਊਜ਼ ਅਗੇਨ ਜੀ, ਕਿ ਉਹਨਾਂ ਦੀ ਅਗਰ ਐਪਲੀਕੇਸ਼ਨ ਜਾਂ ਫਾਈਲ ਜਿਹੜੀ ਹੈ ਪ੍ਰੋਸੈਸ ਹੁੰਦੀ ਆ, ਐਕਸੈਪਟ ਹੁੰਦੀ ਹੈ, ਤਾਂ ਉਹਦੇ ਨਾਲ ਉਹਨਾਂ ਦੇ ਜਿਹੜੇ ਫੈਮਿਲੀ ਕੈਟਾਗਰੀ, ਉਹਨਾਂ ਦੀ ਜਿਹੜੀ ਐਕਚੁਅਲ ਚ ਜਿਹੜੀ ਡੈਫੀਨੇਸ਼ਨ ਹੈ ਫੈਡਰਲ ਗਵਰਨਮੈਂਟ ਦਾ ਕਿ ਫੈਮਿਲੀ ਚ ਕੌਣ ਆਉਂਦਾ, ਉਹ ਜਿਹੜੇ ਸਾਰੇ ਦੇ ਸਾਰੇ ਜਿਹੜੇ ਨੇ ਉਹ ਵੀ ਪੀਆਰ ਜਿਹੜੇ ਜੀ ਉਹਨਾਂ ਨੂੰ ਮਿਲ ਜਾਏਗਾ। ਹਾਂਜੀ ਢਿੱਲੋਂ ਸਾਹਿਬ, ਇੱਥੇ ਮੈਂ ਥੋੜਾ ਜਿਹਾ ਕਲੈਰੀਫਾਈ ਕਰਦਾ ਕਿ ਇਹ ਬਾਕੀ ਜਿਹੜੇ ਪ੍ਰਿੰਸੀਪਲ ਐਪਲੀਕੈਂਟ ਨੇ, ਅੱਛਾ ਜੀ, ਭਾਵੇਂ ਉਹ ਹੈਲਥ ਵਰਕਰ ਨੇ, ਐਸੈਂਸ਼ੀਅਲ ਵਰਕਰ ਨੇ ਜਾਂ ਸਟੂਡੈਂਟ ਨੇ, ਉਹਨਾਂ ਦਾ ਆਪਾਂ ਗੱਲ ਕੀਤੀ ਕੋਈ ਫਿਜ਼ੀਕਲੀ ਕੈਨੇਡਾ ਦੇ ਵਿੱਚ ਹੋਣੇ ਚਾਹੀਦੇ ਨੇ ਐਪਲੀਕੇਸ਼ਨ ਅਪਲਾਈ ਕਰਨ ਵੇਲੇ ਵੀ ਤੇ ਬਾਅਦ ਵਿੱਚ ਵੀ। ਪਰ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਉਹ ਭਾਵੇਂ ਕੈਨੇਡਾ ਦੇ ਵਿੱਚ ਰਹਿੰਦੇ ਨੇ ਜਾਂ ਹੋਮ ਕੰਟਰੀ ਦੇ ਵਿੱਚ ਰਹਿੰਦੇ ਨੇ, ਉਹ ਵੀ ਨਾਲ ਹੀ ਉਹਨਾਂ ਦਾ ਅਪਲਾਈ ਹੋ ਜਾਣਾ ਅਤੇ ਇਹਨਾਂ ਦੇ ਨਾਲ ਹੀ ਪੀਆਰ ਦਾ ਪ੍ਰੋਸੈਸ ਕੰਪਲੀਟ ਹੋ ਜਾਣਾ। ਜੇ ਕੈਨੇਡਾ ਦੇ ਵਿੱਚ ਨੇ ਤਾਂ ਇੱਥੇ ਪੀਆਰ ਹੋ ਜਾਣਗੇ, ਜੇ ਬਾਹਰ ਕਿਸੇ ਆਪਣੇ ਹੋਮ ਕੰਟਰੀ ਵਿੱਚ ਰਹਿੰਦੇ ਨੇ ਤਾਂ ਉਹ ਵੀ ਇੱਥੇ ਆਣ ਕੇ ਨਾਲ ਹੀ ਉਹਨਾਂ ਦਾ ਪੀਆਰ ਪ੍ਰੋਸੈਸ ਵੀ ਹੋ ਜਾਏਗਾ। ਸੋ ਪ੍ਰਿੰਸੀਪਲ ਐਪਲੀਕੈਂਟ ਦਾ ਇੱਥੇ ਹੋਣਾ ਜ਼ਰੂਰੀ ਆ। ਫੈਮਿਲੀ ਮੈਂਬਰਸ ਕਿਤੇ ਵੀ ਹੋ ਸਕਦੇ ਨੇ, ਕੈਨੇਡਾ ਦੇ ਵਿੱਚ ਜਾਂ ਕੈਨੇਡਾ ਤੋਂ ਬਾਹਰ। ਪੰਨੂ ਸਾਹਿਬ, ਬਹੁਤ ਹੀ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਅਰਸੇ ਤੋਂ ਫੈਡਰਲ ਸਰਕਾਰ ਨੇ ਬਹੁਤ ਹੀ ਵੱਡੇ ਡਿਸੀਜਨ ਜਿਹੜੇ ਨੇ ਲਿੱਤੇ ਨੇ, ਔਰ ਜਿਹੜੇ ਕੈਨੇਡਾ ਦੇ ਪੀਆਰ ਵਾਸਤੇ ਜਿਹੜੇ ਐਸਪੀਰੈਂਟ ਹੈ ਜੀ ਉਹਨਾਂ ਨੂੰ ਟਾਈਮ ਟੂ ਟਾਈਮ ਰਿਲੀਫ ਦੇ ਰਹੇ ਆ, ਉਹਨਾਂ ਦੀ ਹੈਲਪ ਕਰ ਰਹੇ ਆ। ਸੋ ਅੱਜ ਬੜੀ ਵੱਡੀ ਇੱਕ ਸੈਂਸੇਸ਼ਨਲ ਮੈਂ ਕਹਾਂਗਾ ਕਿ ਅਨਾਊਂਸਮੈਂਟ ਹੈਗੀ ਹੈ 90,000 ਐਪਲੀਕੇਸ਼ਨ ਜਿਹੜੀ ਓਪਨ ਕਰਨਾ, ਔਰ ਖਾਸ ਤੌਰ ਤੇ ਉਹ ਜਿਹੜੇ ਆਲਰੇਡੀ ਕੈਨੇਡਾ 'ਚ ਮੌਜੂਦ ਨੇ। ਸੋ ਦੈਟਸ ਅ ਵੈਰੀ ਬਿਗ ਨਿਊਜ਼। ਤੁਸੀਂ ਆ ਕੇ ਡਿਟੇਲ 'ਚ ਸਾਨੂੰ ਐਕਸਪਲੇਨ ਕੀਤਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਉਮੀਦ ਕਰਦੇ ਹਾਂ
ਜਿਹੜੀਆਂ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਮਸਲੇ ਹੋਣਗੇ ਜੀ ਸਾਡੇ ਨਾਲ ਤੁਸੀਂ ਸਾਂਝ ਪਾਉਂਦੇ ਰਹੋਗੇ ਤੇ ਸਾਡੇ ਵਿਊਅਰਸ ਦੇ ਬੈਨੀਫਿਟ ਵਾਸਤੇ। ਤੇ ਮੈਂ ਆਪਣੇ ਵਿਊਅਰਸ ਨੂੰ ਦੱਸਦਾ ਜੀ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਪੰਨੂ ਸਾਹਿਬ ਦੀ ਈਮੇਲ ਜਿਹੜੀ ਆ ਉਹ ਇੱਥੇ ਫਲੈਸ਼ ਕਰ ਰਹੀ ਹੋਏਗੀ। ਤੁਸੀਂ ਜਿਹੜਾ ਵੀ ਕੋਈ ਕੁਐਸਚਨ ਹੈਗਾ ਆ ਉਹ pannuimmigration@gmail.com ਉੱਥੇ ਆਪਣਾ ਈਮੇਲ ਕਰਕੇ ਤੁਸੀਂ ਇਹਨਾਂ ਨਾਲ ਸੰਬੰਧ ਬਣਾ ਕੇ ਕੋਈ ਵੀ ਤੁਹਾਡੀ ਕਲੈਰੀਫਿਕੇਸ਼ਨ ਹੈਗੀ ਹੈ, ਕੋਈ ਡਾਊਟ ਹੈਗਾ, ਤੁਸੀਂ ਇਹਨਾਂ ਨਾਲ ਡਾਊਟ ਆਪਣਾ ਦੂਰ ਕਰ ਸਕਦੇ ਹੋ। ਤੇ ਪੰਨੂ ਸਾਹਿਬ ਤੇ ਇਜਾਜ਼ਤ ਚਾਹਾਂਗੇ ਜੀ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ।